ਪਿਆ ਮੁੱਦਤਾਂ ਤੋਂ ਵਿਛੋੜਾ ਜੋ ਬਿਨ ਬੁੱਝਿਆ ਇਹਦਾ ਹੱਲ ਨਹੀਂ। ਹੋਂਦ ਆਪਣੀ ਨੂੰ ਹੀ ਜਾਣੇ ਨਾ, ਫਿਰ ਇਹ ਤਾਂ ਚੰਗੀ ਗੱਲ ਨਹੀਂ। ਕੀ ਭਰੋਸਾ ਦਮ ਦੀ ਹੋਂਦ ਵਾਲਾ ਇਹ ਅੱਜ ਨਹੀਂ ਕਿ ਕੱਲ ਨਹੀਂ। ਮਨ ਵੀ ਰਸਾ ਰਹਿੰਦਿਆਂ ਬੁੱਝ ਲੈ ਆਪੇ ਨੂੰ, ਕਿਉਂਕਿ ਵਾਪਸ ਆਉਂਦੇ ਲੰਘੇ ਪਲ ਨਹੀਂ, ਵਾਪਸ ਆਉਂਦੇ ਬੀਤੇ ਪਲ ਨਹੀਂ। ਚੈਨਲ ਤੂੰ ਸੱਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਆ ਮਿਲਾਪ। ਜੀਵ ਦੇ ਜੀਵਨ ਨਾਲ ਜੁੜਿਆ ਇੱਕ ਸੁਭਾਵਿਕ ਪੱਖ ਜੋ ਅੱਜ ਸਾਡੀ ਵਿਚਾਰ ਦਾ ਕੇਂਦਰ ਆ, ਉਸ ਸੁਭਾਵਿਕ ਪੱਖ ਦਾ ਨਾਮ ਮਿਲਾਪ ਆ। ਜਿਵੇਂ ਜਿਵੇਂ ਮਨੁੱਖ ਦੂਜੇ ਮਨੁੱਖਾਂ ਦੇ ਸੰਪਰਕ ਵਿੱਚ ਆਉਂਦਾ ਰਹਿੰਦਾ ਆ, ਤਿਵੇਂ ਤਿਵੇਂ ਮਨੁੱਖਾ ਜੀਵਨ ਨਾਲ ਸੰਬੰਧਿਤ ਮਿਲਾਪ ਦੀ ਇਹ ਕੜੀ ਵੀ ਵੱਧਦੀ ਹੀ ਜਾਂਦੀ ਹੈ। ਮਨੁੱਖ ਦੇ ਜੀਵਨ ਦਾ ਸ਼ੁਰੂਆਤੀ ਦੌਰ ਪੰਜਾਂ ਤੱਤਾਂ ਦੀ ਪੰਜ ਭੂਤਕ ਕੋਠੜੀ ਦੇ ਸੰਪਰਕ ਤੋਂ ਸ਼ੁਰੂ ਹੋ, ਫਿਰ ਅੱਗੇ ਮਾਂ-ਬਾਪ, ਭੈਣ ਭਰਾ, ਰਿਸ਼ਤੇ ਨਾਤੇ, ਸੰਗੀ ਸਾਥੀ ਇਤਿਆਦ ਦੇ ਸੁਭਾਵਿਕ ਮਿਲਾਪ ਦੀ ਕੜੀ ਜੁੜਦਿਆਂ ਇਹ ਮਨੁੱਖਾ ਜੀਵਨ ਕਈਆਂ ਦੇ ਸੰਪਰਕ ਵਿੱਚ ਆਉਂਦਾ ਜਾਂਦਾ ਆ। ਬਾਹਰੀ ਤਲ ਤੇ ਮਿਲਾਪੀ ਸੰਪਰਕ ਦਾ ਇਹ ਸਿਲਸਿਲਾ ਮਨੁੱਖਾ ਜੀਵਨ ਦੇ ਅਖੀਰੀ ਸਫ਼ਰ ਤੱਕ ਮਨੁੱਖ ਦੇ ਜੀਵਨ ਦੇ ਨਾਲ ਜੁੜਿਆ ਹੀ ਰਹਿੰਦਾ ਆ। ਪਰ ਜੇ ਵੇਖਿਆ ਜਾਵੇ ਤਾਂ ਬਾਹਰੀ ਮੇਲ ਮਿਲਾਪ ਦੀ ਇਹ ਹੱਦ ਸਿਰਫ ਤਨ ਦੀ ਹੱਦ ਤੱਕ ਸੀਮਤ ਆ, ਤੇ ਤਨ ਦੀ ਹੱਦ ਦਾ ਅਖੀਰ ਦਮ ਦੀ ਹੱਦ ਆ। ਤੇ ਜਿਸ ਤਨ ਦੀ ਹੱਦ ਤੋਂ ਮਿਲਾਪ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਤਨ ਬਾਰੇ ਫਰਮਾਨ ਕਰਦੇ ਹੋਏ ਆਖਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਤੇ ਇਸੇ ਹੀ ਤਨ ਦੇ ਵਜੂਦ ਨਾਲ ਜਿਨ੍ਹਾਂ ਸੰਸਾਰੀ ਨਾਤਿਆਂ ਨਾਲ ਮਿਲਾਪ ਹੋਇਆ, ਫਰੀਦ ਜੀ ਆਖਦੇ ਨੇ, ਸੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਤੇ ਨੌਵੇਂ ਪਾਤਸ਼ਾਹ ਆਖਦੇ ਨੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਤੇ ਹੁਣ ਇਹ ਸੋਚਣਾ ਤਾਂ ਬਣਦਾ ਹੀ ਆ ਕਿ ਜਦੋਂ ਇਹ ਦੇਹੀ ਹੀ ਸਥਿਰ ਨਹੀਂ ਤੇ ਫਿਰ ਇਸ ਦੇਹੀ ਨਾਲ ਜੁੜੇ ਮਿਲਾਪ ਕਿੱਥੋਂ ਤੱਕ ਇਨਸਾਨ ਦੇ ਸਾਥੀ ਬਣ ਇਹਦੇ ਨਾਲ ਨਿਭ ਸਕਦੇ ਨੇ। ਪਰ ਇਸ ਪੱਖ ਨੂੰ ਅੱਖੋਂ ਅਣਗੌਲਿਆਂ ਰੱਖ ਇੱਕ ਸਮੇਂ ਦੀ ਹੱਦ ਤੱਕ ਮਨੁੱਖੀ ਮਿਲਾਪ ਦੀ ਇਹ ਕੜੀ ਜੋੜਦਾ ਇਨਸਾਨ ਜਿੰਨਾ ਮੇਲ ਮਿਲਾਪ ਦਾ ਦਾਇਰਾ ਵਧਾਉਂਦਾ ਜਾਂਦਾ ਆ, ਓਨਾ ਹੀ ਇਹ ਆਪਣੀ ਅਸਲੀਅਤ, ਆਪਣੀ ਹੋਂਦ ਤੋਂ ਦੂਰੀ ਬਣਾ ਲੈਂਦਾ ਆ। ਕਿਉਂਕਿ ਜਦੋਂ ਮਨੁੱਖ ਦੇ ਮਨੁੱਖਾ ਜੀਵਨ ਦੇ ਇਸ ਮਿਲਾਪੀ ਦੌਰ ਦੀ ਸੰਸਾਰਕ ਪੰਧ ਵੱਲ ਨੂੰ ਸ਼ੁਰੂਆਤ ਹੋਈ, ਉਦੋਂ ਇੱਕ ਮਿਲਾਪ ਨੇ ਵਿਛੋੜੇ ਦਾ ਐਸਾ ਰੂਪ ਧਾਰਨ ਕੀਤਾ ਕਿ ਮੁੜ ਉਸ ਮਿਲਾਪ ਵੱਲ ਪਰਤਣਾ ਇਨਸਾਨ ਲਈ ਨਾਮੁਮਕਿਨ ਹੋ ਗਿਆ। ਤੇ ਇੱਕ ਮਿਲਾਪ ਤੋਂ ਵਿਛੋੜੇ ਦਾ ਰਾਹ ਫੜਿਆ ਸੀ ਮਨੁੱਖ ਦੀ ਅੰਦਰੂਨੀ ਨਿੱਜੀ ਹੋਂਦ ਨੇ। ਇਹ ਵਿਛੋੜਾ ਹੋਇਆ ਸੀ ਆਤਮਾ ਦਾ ਪਰਮਾਤਮਾ ਨਾਲੋਂ। ਤੇ ਕਈ ਮੁੱਦਤਾਂ ਬੀਤ ਜਾਣ ਦੇ ਬਾਅਦ ਅੱਜ ਵੀ ਮਨੁੱਖ ਦੀ ਇਹ ਨਿੱਜੀ ਹੋਂਦ ਆਪਣੇ ਨਿੱਜ ਤੋਂ ਦੂਰੀ ਬਣਾਈ ਬੈਠੀ ਆ। ਜਿਨ੍ਹਾਂ ਤੱਤ ਮਟੀਰੀਅਲ ਨਾਤਿਆਂ ਨਾਲ ਇਨਸਾਨ ਦਾ ਮਿਲਾਪ ਸੁਭਾਵਿਕ ਹੀ ਇਸ ਸੰਸਾਰ ਦਾ ਹਿੱਸਾ ਬਣਨ ਤੋਂ ਬਾਅਦ ਹੋਇਆ ਆ, ਉਹਨਾਂ ਨਾਲ ਕਿਸੇ ਕਾਰਨ ਪਈ ਦੂਰੀ ਵੀ ਇਨਸਾਨ ਨੂੰ ਗਵਾਰਾ ਨਹੀਂ। ਪਰ ਮੁੱਦਤਾਂ ਬੀਤ ਜਾਣ ਤੇ ਵੀ ਸਾਨੂੰ ਸਾਡੇ ਆਪਣੇ ਨਿੱਜੀ ਹੋਂਦ, ਨਿੱਜੀ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਾਡੀ ਇਸੇ ਹੀ ਨਿੱਜੀ ਹੋਂਦ ਨੂੰ ਪਛਾਣਨ ਦੀ ਹਦਾਇਤ ਕਰਦੇ ਹੋਏ ਆਖਦੇ ਨੇ, ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ। ਕਿਉਂਕਿ ਮਨੁੱਖ ਦਾ ਮਨੁੱਖ ਨਾਲ ਮਿਲਾਪ ਤਾਂ ਸੁਭਾਵਿਕ ਆ, ਪਰ ਗੁਰਬਾਣੀ ਦੇ ਇਸ ਮਹਾਵਾਕ ਮਿਲ ਜਗਦੀਸ਼ ਮਿਲਨ ਕੀ ਬਰੀਆ, ਆਤਮ ਦਾ ਪਰਮਾਤਮ ਨਾਲ ਮਿਲਾਪ ਬਿਨਾਂ ਬੁੱਝੇ, ਬਿਨਾਂ ਆਪਣੀ ਹੋਂਦ ਪਛਾਣੇ ਤੇ ਬਿਨਾਂ ਭੀਤਰ ਦੀ ਖੋਜ ਕੀਤੇ ਅਸੰਭਵ ਗੱਲ ਆ। ਪਰ ਜਿਨ੍ਹਾਂ ਰੱਬੀ ਰੂਹਾਂ ਨੇ ਆਪਣੀ ਹੋਂਦ ਨੂੰ ਪਛਾਣ ਪਰਮ ਪੁਰਖ ਪਰਮਪਿਤਾ ਪਰਮਾਤਮਾ ਨਾਲ ਮਿਲਾਪ ਕੀਤਾ, ਪੰਜਵੇਂ ਪਾਤਸ਼ਾਹ ਆਖਦੇ ਨੇ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਿਉਂਕਿ ਸੰਪੂਰਨ ਸਿਰਫ ਸਤਿਪੁਰਖ ਦਾ ਮਿਲਾਪ ਕਰਦਾ ਆ, ਬਾਕੀ ਸੰਸਾਰ ਤੇ ਹਰੇਕ ਮਿਲਾਪ ਅਧੂਰਾ ਹੀ ਰਹਿ ਜਾਂਦਾ ਆ। ਤੇ ਫਿਰ ਕੋਸ਼ਿਸ਼ ਕਰੀਏ ਸਮਝਣ ਦੀ ਕਿ ਸੰਸਾਰ ਤੇ ਮਨੁੱਖੀ ਮਿਲਾਪ ਦੀ ਕੜੀ ਦਰ ਕੜੀ ਜੋੜਦਿਆਂ ਚਾਹੇ ਦਾਇਰਾ ਕਿੰਨਾ ਵੀ ਕਿਉਂ ਨਾ ਵਧਾ ਲਈਏ, ਮਿਲਾਪ ਅਖੀਰ ਅਧੂਰਾ ਹੀ ਰਹਿ ਜਾਂਦਾ ਆ। ਪਰ ਆਪਣੀ ਹੋਂਦ ਨੂੰ ਪਛਾਣ ਕੇ ਆਪਣੇ ਮੁੱਢ ਮੂਲ ਸਤਿਪੁਰਖ ਪਰਮਪਿਤਾ ਪਰਮਾਤਮਾ ਨਾਲ ਕੀਤਾ ਮਿਲਾਪ ਸੰਪੂਰਨਤਾ ਨੂੰ ਪ੍ਰਾਪਤ ਹੁੰਦਾ ਆ। ਤੇ ਫਿਰ ਆਓ ਮਨੁੱਖਾ ਜੀਵਨ ਦੀ ਸਵਾਸੀ ਡੋਰ ਰਹਿੰਦਿਆਂ ਰਾਹ ਉਹ ਫੜੀਏ ਜਿਹੜਾ ਉਸ ਸੰਪੂਰਨ ਮਿਲਾਪ ਵੱਲ ਲੈ ਜਾਂਦਾ ਆ, ਜਿੱਥੇ ਜਾ ਕੇ ਕਿਸੇ ਵੀ ਹੋਰ ਮਿਲਾਪ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚਦੀ। ਸਤਿ ਸ੍ਰੀ ਅਕਾਲ ਜੀ।